रेडियो वॉइस ऑफ खालसा सुन रहे सारे ही श्रोतिਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਭਨਾਂ ਦਾ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ श्रोतिਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्रोतियो ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਦਿਨਾਂ ਤੋਂ ਜਿਹੜੀ ਕਿਤਾਬ ਪੜ੍ਹ ਰਹੇ ਹਾਂ ਜਿਹਦਾ ਨਾਮ ਹੈ ਗੌਤਮ ਤੋਂ ਤਾਸਕੀ ਤੱਕ ਤੇ ਇਸ ਕਿਤਾਬ ਦੇ ਲੇਖਕ ਨੇ ਹਰਪਾਲ ਸਿੰਘ ਪੰਨੂ ਜੀ। ਸੋ ਉਹਨਾਂ ਦੇ ਲਿਖੀ ਹੋਈ ਉਹਨਾਂ ਦੀ ਕਲਮ ਦੁਆਰਾ ਲਿਖੀ ਹੋਈ ਇਹ ਕਿਤਾਬ ਅਸੀਂ ਪਿਛਲੇ ਦਿਨਾਂ ਤੋਂ ਪੜ੍ਹ ਰਹੇ ਹਾਂ। ਸੋ ਕਿਤਾਬ ਦੇ ਜਿਹੜੇ ਪਿਛਲੇ ਪਾਠ ਨੇ ਉਹ YouTube ਦੇ ਉੱਤੇ ਅਤੇ ਸਾਊਂਡ ਕਲਾਊਡ ਦੇ ਉੱਤੇ ਆਲਰੇਡੀ ਅਪਲੋਡਡ ਨੇ। ਸੋ ਤੁਸੀਂ ਉੱਥੋਂ ਉਹਨਾਂ ਪਾਠਾਂ ਨੂੰ ਸੁਣ ਸਕਦੇ ਹੋ। ਆਓ 154 ਨੰਬਰ ਪੰਨੇ ਤੱਕ ਅਸੀਂ ਇਹ ਕਿਤਾਬ ਪੜ੍ਹ ਚੁੱਕੇ ਹਾਂ। ਅੱਗੇ ਪੜ੍ਹਨ ਦਾ ਯਤਨ ਕਰੀਏ। ਹਰਪਾਲ ਸਿੰਘ ਪੰਨੂ ਦੀ ਕਲਮ ਤੋਂ। ਲਾਹੌਰ ਵਰਗੇ ਮਹਾਨਗਰ ਉੱਪਰ ਕਬਜ਼ਾ ਕਰਨ ਪਿੱਛੋਂ ਇਹ ਸੰਭਵ ਹੀ ਨਹੀਂ ਸੀ ਕਿ ਅੰਮ੍ਰਿਤਸਰ ਵੱਲ ਉਹ ਧਿਆਨ ਨਾ ਕਰਦਾ। ਸਿੱਖ ਰਾਜ ਦਾ ਰਾਜ ਅੰਮ੍ਰਿਤਸਰ ਬਗੈਰ ਅਧੂਰਾ ਸੀ। ਅੰਮ੍ਰਿਤਸਰ ਉੱਪਰ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਦਾ ਕਬਜ਼ਾ ਸੀ। ਰਣਜੀਤ ਸਿੰਘ ਆਪਣੇ ਸੈਨਾ ਲੈ ਕੇ ਅੰਮ੍ਰਿਤਸਰ ਪੁੱਜਾ ਅਤੇ ਹਮਲੇ ਦੀਆਂ ਤਿਆਰੀਆਂ ਦਾ ਮੁਆਇਨਾ ਕਰ ਰਿਹਾ ਸੀ ਕਿ ਅੰਦਰੋਂ ਤੋਪਾਂ ਗਰਜੀਆਂ। ਮਾਈ ਸੁੱਖਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਉਹ ਕਬਜ਼ਾ ਛੱਡਣ ਦੀ ਥਾਂ ਲੜ ਕੇ ਮਰਨ ਦੀ ਇੱਛੁਕ ਸੀ, ਪਰ ਅਕਾਲੀ ਫੂਲਾ ਸਿੰਘ ਨੇ ਤੁਰੰਤ ਮਾਈ ਨਾਲ ਸੰਪਰਕ ਕੀਤਾ ਤੇ ਗੋਲਾਬਾਰੀ ਬੰਦ ਕਰਵਾਈ। ਜੇ ਅਕਾਲੀ ਜੀ ਸਲਾਹ ਨਾ ਕਰਵਾਉਂਦੇ ਦੋਵਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਣਾ ਸੀ। ਮਹਾਰਾਜੇ ਪਾਸੋਂ ਅਕਾਲੀ ਜੀ ਨੇ ਮਾਈ ਨੂੰ ਪਿੰਜੌਰ ਬਾਗ ਸਮੇਤ ਦਰਜਨਾ ਪਿੰਡ ਜਗੀਰ ਵਜੋਂ ਦਵਾ ਦਿੱਤੇ। ਤਦ 24 ਫਰਵਰੀ 1805 ਈਸਵੀ ਨੂੰ ਮਹਾਰਾਜਾ ਅੰਮ੍ਰਿਤਸਰ ਵਿੱਚ ਵਿਜਯੀ ਹੋ ਕੇ ਦਾਖਲ ਹੋਇਆ। ਪਹਿਲਾਂ ਉਸਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਉੱਥੇ ਹੀ ਕਾਰ ਸੇਵਾ ਆਰੰਭ ਕਰਨ ਦਾ ਐਲਾਨ ਕਰ ਦਿੱਤਾ। ਸੇਵਾ ਅਕਾਲੀ ਫੂਲਾ ਸਿੰਘ ਦੀ ਨਿਗਰਾਨੀ ਅਧੀਨ ਕਰਵਾਉਣ ਦਾ ਫੈਸਲਾ ਹੋਇਆ। ਸੰਗਮਰਮਰ ਅਤੇ ਸੋਨੇ ਉੱਪਰ ਨਕਾਸ਼ੀ ਦਾ ਕੰਮ ਕਰਨ ਵਾਸਤੇ ਮਹਿੰਗੇ ਤੋਂ ਮਹਿੰਗੇ ਸ਼ਿਲਪਕਾਰ ਮੰਗਵਾਏ ਗਏ। ਅੱਜ ਤੱਕ ਦਰਬਾਰ ਸਾਹਿਬ ਦੇ ਦਰਵਾਜ਼ੇ ਦੀ ਚੁਗਾਠ ਦੇ ਉੱਪਰ ਇਹ ਸ਼ਬਦ ਉਕਰੇ ਹੋਏ ਦਿਸਦੇ ਹਨ। ਇਹ ਸੇਵਾ ਸ੍ਰੀ ਗੁਰੂ ਮਹਾਰਾਜ ਨੇ ਆਪਣੇ ਸੇਵਕ ਰਣਜੀਤ ਸਿੰਘ ਉੱਪਰ ਅਪਾਰ ਦਇਆ ਕਰਕੇ ਕਰਵਾਈ। ਕੁਦਰਤ ਦਾ ਅਟੱਲ ਨਿਯਮ ਹੈ ਕਿ ਹਰੇਕ ਦੁੱਖ ਕਿਸੇ ਵੱਖਰੀ ਪ੍ਰਕਾਰ ਦੇ ਸੁੱਖ ਦਾ ਕਾਰਨ ਬਣਦਾ ਹੁੰਦਾ ਹੈ। 18ਵੀਂ ਸਦੀ ਵਿੱਚ ਮੁਗਲਾਂ ਅਤੇ ਪਠਾਣਾਂ ਨੇ ਸਿੱਖਾਂ ਦਾ ਨਾਮ ਨਿਸ਼ਾਨ ਮਿਟਾਉਣ ਲਈ ਮੁਹਿੰਮਾਂ ਆਰੰਭੀਆਂ। ਤਦ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਮਜ਼ਬੂਤ ਜੰਜੀਰ ਵਿੱਚ ਸੰਗਠਿਤ ਕਰ ਲਿਆ। ਸਭ ਨੂੰ ਇੱਕ ਦੂਜੇ ਨਾਲ ਜੋੜਨ ਵਾਲੀ ਇਸ ਜੰਜੀਰ ਦਾ ਨਾਮ ਸੀ ਖਾਲਸਾ ਪੰਥ। ਅਫਗਾਨਾਂ ਦੇ ਲਗਾਤਾਰ ਹਿੰਦੁਸਤਾਨ ਉੱਪਰ ਹਮਲਿਆਂ ਨੇ ਮੁਗਲਾਂ ਦਾ ਲੱਕ ਤੋੜ ਦਿੱਤਾ। ਮਰਾਠਿਆਂ ਅਤੇ ਰਾਜਪੂਤਾਂ ਦੀ ਵੱਧਦੀ ਸ਼ਕਤੀ ਨੂੰ ਵੀ ਪਠਾਣਾਂ ਨੇ ਸੱਟ ਮਾਰੀ। ਇਸ ਸਥਿਤੀ ਦਾ ਦਲ ਖਾਲਸਾ ਨੇ ਪੂਰਾ ਲਾਭ ਉਠਾਇਆ। ਮਿਸਲਦਾਰ ਸਰਦਾਰ ਇਲਾਕਿਆਂ ਦੀ ਵੰਡ ਦੇ ਮੁੱਦੇ ਉੱਪਰ ਅਕਸਰ ਆਪਸ ਵਿੱਚ ਲੜ ਵੀ ਪੈਂਦੇ ਸਨ, ਪਰ ਸਾਹਮਣੇ ਸਾਂਝਾ ਦੁਸ਼ਮਣ ਦੇਖ ਕੇ ਏਕਾ ਕਰ ਲੈਂਦੇ ਸਨ। ਸਿੱਖ ਸਰਦਾਰਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਸੀ ਕਿ ਪੰਜਾਬ ਦੇ ਸਹੀ ਵਾਰਸ ਕੇਵਲ ਉਹੀ ਹਨ। ਇਹੀ ਕਾਰਨ ਹੈ ਕਿ ਇਸ ਸਦੀ ਵਿੱਚ ਪੰਜਾਬ ਉੱਪਰ ਕਦੀ ਮੁਗਲ ਹਕੂਮਤ ਹੋ ਜਾਂਦੀ, ਕਦੀ ਪਠਾਨ ਕਬਜ਼ਾ ਕਰ ਲੈਂਦੇ। ਮਰਾਠਿਆਂ ਅਤੇ ਅੰਗਰੇਜ਼ਾਂ ਨੇ ਕਾਬਜ਼ ਹੋਣ ਦੇ ਯਤਨ ਕੀਤੇ, ਪਰ ਸਿੱਖਾਂ ਨੇ ਕਿਸੇ ਦੇ ਵੀ ਪੱਕੇ ਪੈਰ ਨਹੀਂ ਜੰਮਣ ਦਿੱਤੇ ਤੇ ਅਸਥਾਈ ਸਰਕਾਰਾਂ ਨਿਰੰਤਰ ਚੱਲਦੀਆਂ ਰਹੀਆਂ। ਸਿੰਧ ਤੋਂ ਲੈ ਕੇ ਦਿੱਲੀ ਤੱਕ ਕੇਵਲ ਦਲ ਖਾਲਸਾ ਅਸਰ ਅੰਦਾਜ਼ ਰਿਹਾ। ਇਸ ਪਿੱਠ ਭੂਮੀ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਉੱਭਰ ਕੇ ਆਈ। ਕੇਵਲ ਪਿੱਠ ਭੂਮੀ ਵੀ ਕੀ ਕਰੇਗੀ ਜੇ ਉਸ ਨੂੰ ਕੰਟਰੋਲ ਕਰਨ ਲਈ ਵਿਅਕਤੀ ਵਿੱਚ ਕੁਸ਼ਲਤਾ ਨਾ ਹੋਵੇ। ਲੋਹਾ ਪੂਰਾ ਗਰਮ ਸੀ ਤੇ ਇਸ ਨੂੰ ਨਵਾਂ ਆਕਾਰ ਦੇਣ ਵਾਸਤੇ ਕਿੱਥੇ ਸੱਟ ਮਾਰਨੀ ਹੈ, ਕਿੰਨੇ ਕੁ ਜ਼ੋਰ ਨਾਲ ਤੇ ਕਿੰਨੀ ਕੁ ਦੇਰ ਬਾਅਦ ਇਸ ਦਾ ਗਿਆਨ ਰਣਜੀਤ ਸਿੰਘ ਤੋਂ ਵਧੀਕ ਜੇ ਕਿਸੇ ਹੋਰ ਨੂੰ ਹੁੰਦਾ ਤਦ ਉਹ ਇਸ ਖਿੱਤੇ ਦਾ ਹੁਕਮਰਾਨ ਹੁੰਦਾ। ਰਣਜੀਤ ਸਿੰਘ ਨੇ ਸਾਬਿਤ ਕੀਤਾ ਕਿ ਉਸ ਵਿੱਚ ਬਹੁਤ ਦੂਰ ਤੱਕ ਦੇਖਣ ਅਤੇ ਕਾਰਜ ਸਿਰੇ ਚੜਾਉਣ ਦੀ ਸਹੀ ਸਮਰੱਥਾ ਸੀ। ਈਸਵੀ 1783 ਵਿੱਚ ਜਾਰਜ ਫਾਰਸਟਰ ਅਤੇ 1984 ਵਿੱਚ ਵਾਰਨ ਹੇਸਟਿੰਗਜ਼ ਵੱਲੋਂ
लिखे शब्द सच्ची भविष्यवाणी साबित होए। इन्हां ने लिखिया सी कि पंजाब की तबाही पिछों शक्ति इकट्ठी करके जल्दी कोई सरदार तकड़ी हुकूमत कायम करने वाला है। लाहौर तो बाद महाराजे दीयां जित्तां दा सिलसिला अरुख चलिया। 1800 ईस्वी विच उसने जम्मू वाल कूच किया। जम्मू दे राजे विच मुकाबला करन दी सत्या नहीं सी। उसने 20,000 रुपया देके आत्म समर्पण कर दिता। अपमान करन दी थां रणजीत सिंह ने उसनूं दुशाले दे के सन्मानित किया। महाराजा ने हुक्म दिता कि गुजरां वाले तो सारा जंगी साजो समान लाहौर लियांदा जावे। गुजरात का इलाका सहज सिंह भंगी दे अधीन सी। उसने इरादा बनाया कि गुजरां वाले ते हमला करके यह समान लुट लिया जाए। इस गल की खबर रणजीत सिंह नूं मिली तां वह अपनी सेना लैके गुजरात वाल वधिया। भंगी मुकाबला ना कर सके ते गुजरात रणजीत सिंह ने संभाल लिया, क्योंकि साहिब सिंह की साजिश विच अकालगढ़िया सरदार दल सिंह भी शामिल सी। इस करके उसने इलाके भी रणजीत सिंह ने अपने कब्जे विच लै लए। ईस्ट इंडिया कंपनी ने उसकी चढ़त देख के दोस्ती का हाथ बढ़ाया और अपने दूत मुंशी यूसुफ अली राही खत और 10,000 रुपया नजराना भेजा। महाराजा ने दूतां नूं बहुत कीमती तोहफे और कंपनी नूं मिलवर्तन देने से दोस्ताना खत और धन्यवाद पत्र भेजे। कसूर का सूबेदार निजामुद्दीन सरकार खालसा विच साजिशां रचदा रहिंदा सी। महाराजे ने भारी सेना नाल उस उपर चढ़ाई कर दी। निजामुद्दीन हार गया ते 1801 विच कसूर पंजाब राज विच शामिल हो गया। निजामुद्दीन सालाना मालिया देना मन गया। इसे साल कांगड़े के राजा संसार चंद उपर हमला किया गया, क्योंकि उसने राणी सदा कौर के इलाके का कुछ हिस्सा अपनी रियासत विच मिला लिया सी। वो गुरु साहिबान विरुद्ध मंदी भाषा वरतदा सी ते खुशवक्त राय अनुसार क्या करता सी कि मैं सिखां दे वालां दे रस्से वटांगा। संसार चंद जान बचा के भज गया। झनिओट उपर करम सिंह दे बेटे जस्सा सिंह का कब्जा सी। वो लोकां नूं अक्सर तंग करदा रहिंदा। रणजीत सिंह पास ये शिकायतां पुज्जियां तां परजा नूं अपने वल देख के इस इलाके उपर 1802 ईस्वी विच कब्जा कर लिया। 1803 ईस्वी विच मुल्तान उपर कब्जा कर लिया गया। इसे साल जलंधर अते फगवाड़ा जित के फतेह सिंह आलूवालिया दे सुपुर्द कर दिते। अंग्रेजां ने 1805 विच जसवंत राव होलकर नूं लड़ाई विच हरा दिता ते जान बचाउण लई ओह अपने बचे हुए सैनिकां समेत पंजाब विच दाखल होया ते शरण मंगी। महाराजे ने उसनूं शरण दित्ती। जरनैल लेक उसका पिछा करदा आ रहा सी ते जदों रणजीत सिंह दे राज की हद शुरू हुई, लेक रुक गया ते महाराजे पास पत्र भेजदा रहा कि क्योंकि अंग्रेजां नूं महाराजे ने मित्र मान लिया है, इस करके होलकर उसके सुपुर्द किया जावे। महाराजे ने बंदी के रूप में होलकर नूं अंग्रेजां हवाले नहीं किया, सगों समझाउंदा रहा कि जे तुसीं अपने राज विच अमन कायम करना है तां होलकर दा सन्मान बहाल करन लई कुछ शर्तां अधीन उसके राज विच वापस भेज दिता जावे। अंग्रेज ये गल मन गई ते होलकर अपने इलाकिਆਂ विच वापस चला गया। 1807 विच नेपाली गोरखिਆਂ ने सारा पहाड़ी इलाका अपने कब्जे विच लैण दी ठान लई ते अमर सिंह थापा की अगवाई विच कांगड़े ते कब्जा करन लई आ गए। महाराजे ने उन्हां उपर चढ़ाई कर दी, क्योंकि गोरखिਆਂ नूं अपनी सरहद के नेड़े खतरनाक समझदा सी। थापा की सेना दौड़ गई। इसे साल चंग, बहावलपुर अते अखनूर अपने राज विच मिला लए। 1810 ईस्वी विच गुजरात, शाहीवाल, जम्मू अते वजीराबाद तो बिना फैजलपुरिया, नकई अते कन्हैया मिसल भी अपने अधीन कर लिया। बहुत थोड़े समय विच ही सिंध तो लैके जमुना तक महाराजा रणजीत सिंह का दबदबा हो गया ते पूर्व वाले पासे हिंदुस्तान वल वो होर ना वधे। अंग्रेजां ने उस नाल सतलुज की संधि की। अफगानिस्तान का बादशाह शाह सुजा बगावत ना दबा सकिया।
ਤੇ ਗੱਦੀ ਸ਼ਾਹ ਮਹਿਮੂਦ ਨੇ ਸੰਭਾਲ ਲਈ। ਸ਼ਾਹ ਸੁਜਾ ਨੂੰ ਬੰਦੀ ਬਣਾ ਕੇ ਕਸ਼ਮੀਰ ਵਿੱਚ ਭੇਜ ਦਿੱਤਾ। ਈਸਵੀ 1812 ਵਿੱਚ ਮਹਾਰਾਜੇ ਨੇ ਕਸ਼ਮੀਰ ਉੱਪਰ ਹਮਲਾ ਕਰਨ ਦੀ ਠਾਣ ਲਈ ਤਾਂ ਸ਼ਾਹ ਦੀ ਪਤਨੀ ਇਸ ਖਿਆਲ ਨਾਲ ਭੈਭੀਤ ਹੋ ਗਈ ਕਿ ਉਸ ਦਾ ਖਾਵੰਦ ਇਸ ਮੁਹਿੰਮ ਵਿੱਚ ਮਾਰਿਆ ਜਾਵੇਗਾ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤੇ ਵਾਸਤਾ ਪਾਇਆ ਕਿ ਜੇ ਮੇਰੇ ਪਤੀ ਦੀ ਜਾਨ ਬਖਸ਼ ਦਿੱਤੀ ਜਾਵੇ ਤਦ ਇਸ ਬਦਲੇ ਉਹ ਕੋਹਿਨੂਰ ਹੀਰਾ ਮਹਾਰਾਜੇ ਨੂੰ ਦੇਵੇਗੀ। ਦੀਵਾਨ ਮੁਹਕਮ ਚੰਦ ਨੇ ਕਸ਼ਮੀਰ ਦੀ ਮੁਹਿੰਮ ਦੀ ਅਗਵਾਈ ਕੀਤੀ ਤੇ ਕਿਲੇ ਵਿੱਚੋਂ 40 ਲੱਖ ਰੁਪਇਆ ਅਤੇ ਹੋਰ ਕੀਮਤੀ ਵਸਤਾਂ ਦੇ ਨਾਲ ਬੰਦੀ ਬਣਾਇਆ ਸ਼ਾਹ ਸੁਜਾ ਗ੍ਰਿਫਤਾਰ ਕਰ ਲਿਆ। ਸ਼ਾਹ ਨੂੰ ਲਾਹੌਰ ਲਿਆਂਦਾ ਗਿਆ, ਜਿੱਥੇ ਲੰਮੀ ਢਿੱਲ ਮੱਥ ਬਾਅਦ ਉਸਨੇ ਕੋਹਿਨੂਰ ਮਹਾਰਾਜੇ ਨੂੰ ਸੌਂਪ ਦਿੱਤਾ। 1818 ਈਸਵੀ ਵਿੱਚ ਖਾਲਸਾ ਫੌਜਾਂ ਨੇ ਪੇਸ਼ਾਵਰ ਉੱਪਰ ਹਮਲਾ ਕੀਤਾ, ਜੋ ਅਫਗਾਨਿਸਤਾਨ ਉੱਪਰ ਵੱਡੀ ਸੱਟ ਸੀ। ਪਰੰਤੂ ਪੇਸ਼ਾਵਰ ਨੂੰ ਪੂਰਨ ਤੌਰ ਤੇ ਪੰਜਾਬ ਦੇਸ਼ ਦਾ ਹਿੱਸਾ 6 ਮਈ 1834 ਨੂੰ ਬਣਾ ਕੇ ਕੰਵਰ ਨੌਨਿਹਾਲ ਨੂੰ ਇਸ ਦਾ ਗਵਰਨਰ ਨਿਯੁਕਤ ਕੀਤਾ ਗਿਆ। ਕੰਵਰ ਦੀ ਉਮਰ ਇਸ ਵੇਲੇ 14 ਸਾਲ ਸੀ। ਅਫਗਾਨ ਬਾਦਸ਼ਾਹ ਦੋਸਤ ਮੁਹੰਮਦ ਪੇਸ਼ਾਵਰ ਵਿੱਚ ਸਿੱਖਾਂ ਦਾ ਕਬਜ਼ਾ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸਨੇ ਸਰਕਾਰ ਖਾਲਸਾ ਨੂੰ ਖਤ ਲਿਖਿਆ, ਜੇ ਦਿਆਲੂ ਹੋ ਕੇ ਬਾਦਸ਼ਾਹ ਸਲਾਮਤ ਪੇਸ਼ਾਵਰ ਸਾਨੂੰ ਵਾਪਸ ਕਰ ਦੇਣ ਤਦ ਇਸ ਦੇ ਬਦਲੇ ਅਸੀਂ ਉਹਨਾਂ ਨੂੰ ਮਾਲੀਆ ਦੇਣ ਨੂੰ ਤਿਆਰ ਹਾਂ, ਜਿੰਨਾ ਸੁਲਤਾਨ ਮਹਿਬੂਦ ਦਿਆ ਕਰਦੇ ਸਨ। ਪਰ ਦੂਰ ਅੰਦੇਸ਼ ਬਾਦਸ਼ਾਹ ਨੇ ਜੇ ਲਾਲਚ ਵਸ ਅਜਿਹਾ ਨਾ ਕੀਤਾ ਤੇ ਮੇਰੀ ਬੇਨਤੀ ਵੱਲ ਕੋਈ ਤਵੱਜੋ ਨਾ ਦਿੱਤੀ ਤਦ ਮੈਂ ਕਮਰ ਕਥਾ ਕੱਸ ਕੇ ਯੁੱਧ ਦੇ ਮੈਦਾਨ ਵਿੱਚ ਟੱਕਰਾਂਗਾ ਤੇ ਤੁਹਾਡੇ ਬਗੀਚੇ ਵਿੱਚ ਕੰਡਾ ਬਣ ਕੇ ਰੜਕਦਾ ਰਹਾਂਗਾ। ਮੈਂ ਆਪਣੇ ਕੁੱਲ ਜੰਗਬਾਜ਼ਾਂ ਨੂੰ ਇਕੱਠਾ ਕਰਾਂਗਾ, ਜਿਹੜੇ ਮਰਨ ਤੋਂ ਇਲਾਵਾ ਹੋਰ ਕੁਝ ਜਾਣਦੇ ਹੀ ਨਹੀਂ। ਮੈਂ ਚਾਰੇ ਪਾਸੇ ਅਜਿਹੀ ਤਬਾਹੀ ਮਚਾਵਾਂਗਾ ਕਿ ਕਿਆਮਤ ਨਜ਼ਰ ਆਵੇਗੀ। ਮਹਾਰਾਜੇ ਨੇ ਜਵਾਬ ਭੇਜਿਆ, ਅਸੀਂ ਬਾਗੀਆਂ ਦਾ ਸਿਰ ਭੰਨ ਦਿੱਤਾ ਹੋਇਆ ਹੈ ਅਤੇ ਦੁਸ਼ਮਣ ਨੱਠ ਗਏ ਹਨ। ਜੇ ਲਾਲਚ ਵਿੱਚ ਅੰਨਾ ਦੋਸਤ ਮੁਹੰਮਦ ਆਪਣੀ ਥੋੜੀ ਜਿਹੀ ਬਚੀ ਖੁਚੀ ਫੌਜ ਨਾਲ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਆਵੇ। ਅਸੀਂ ਮੈਦਾਨੇ ਜੰਗ ਵਿੱਚ ਉਸ ਦਾ ਸਾਹਮਣਾ ਕਰਨ ਲਈ ਚੱਲ ਪਏ ਹਾਂ। ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਵੱਲੋਂ ਬੇਸ਼ੱਕ ਪਹਿਲਾ ਮਿੱਤਰਤਾਨਾ ਖਤ 1800 ਈਸਵੀ ਵਿੱਚ ਰਣਜੀਤ ਸਿੰਘ ਵੱਲ ਘੱਲਿਆ ਸੀ, ਪਰ 1805 ਵਿੱਚ ਅੰਗਰੇਜ਼ਾਂ ਦਾ ਭਜਾਇਆ ਹੋਇਆ ਮਹਾਰਾਜਾ ਜਸਵੰਤ ਰਾਓ ਹੋਲਕਰ ਜਦੋਂ ਲਾਹੌਰ ਦਰਬਾਰ ਵਿੱਚ ਪਨਾਹ ਲੈਣ ਆਇਆ, ਉਦੋਂ ਅੰਗਰੇਜ਼ਾਂ ਨੇ ਗੰਭੀਰਤਾ ਨਾਲ ਮਿੱਤਰਤਾ ਦਾ ਹੱਥ ਮਹਾਰਾਜਾ ਰਣਜੀਤ ਸਿੰਘ ਵੱਲ ਵਧਾਇਆ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਨੇ ਪਹਿਲੀ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ 1806 ਨੂੰ ਕੀਤੀ, ਜਿਸ ਤਹਿਤ ਮਹਾਰਾਜਾ ਰਣਜੀਤ ਸਿੰਘ ਹੋਲਕਰ ਨੂੰ ਕਹੇ ਕਿ ਉਹ ਅੰਮ੍ਰਿਤਸਰ ਤੋਂ 30 ਕਿਲੋਮੀਟਰ ਪੂਰਬ ਵੱਲ ਆਪਣੀ ਸੈਨਾ ਸਮੇਤ ਕੂਚ ਕਰੇ ਤੇ ਇਹਨਾਂ ਦੀ ਫੌਜੀ ਸਹਾਇਤਾ ਨਾ ਕੀਤੀ ਜਾਵੇ। ਭਵਿੱਖ ਵਿੱਚ ਹੋਲਕਰ ਜਾਂ ਉਸਦੇ ਮਿੱਤਰਾਂ ਨਾਲ ਸਰਕਾਰ ਖਾਲਸਾ ਕੋਈ ਸਰੋਕਾਰ ਨਾ ਕਰੇ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਇਲਾਕਿਆਂ ਵਿੱਚ ਦਖਲ ਨਾ ਦੇਵੇ। ਕੁਝ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਆਲੋਚਨਾ ਕੀਤੀ ਹੈ ਕਿ ਉਸਨੇ ਜਸਵੰਤ ਰਾਓ ਦੀ ਫੌਜੀ ਸਹਾਇਤਾ ਕਿਉਂ ਨਹੀਂ ਕੀਤੀ। ਇਸ ਦੇ ਕਾਰਨ ਇਹ ਹਨ ਕਿ ਅੰਗਰੇਜ਼ਾਂ ਦੀ ਤਾਕਤ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ। ਦੂਜਾ, ਉਸਦੇ ਰਾਜ ਦੀਆਂ ਹੱਦਾਂ ਅੰਗਰੇਜ਼ ਰਾਜ ਨਾਲ ਤਾਂ ਲੱਗਦੀਆਂ ਸਨ, ਜਸਵੰਤ ਰਾਓ ਹੋਲਕਰ ਦੀਆਂ ਹੱਦਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਨਹੀਂ ਲੱਗਦੀਆਂ ਸਨ। ਤੀਜੇ, ਉਸਨੂੰ ਹੋਲਕਰ ਦੀ ਭਰੋਸੇਯੋਗਤਾ ਉੱਪਰ ਸ਼ੱਕ ਸੀ, ਜੋ ਸ਼ੱਕ ਬਾਅਦ ਵਿੱਚ ਸਹੀ ਸਾਬਤ ਹੋਇਆ। ਚੌਥੇ, ਜੇ ਉਹ ਅੰਗਰੇਜ਼ਾਂ ਨਾਲ ਪੰਗਾ ਲੈ ਲੈਂਦਾ ਤਦ ਮੌਕੇ ਦਾ ਲਾਭ ਉਠਾ ਕੇ ਅਫਗਾਨਾਂ ਨੇ ਹਮਲਾ ਕਰ ਦੇਣਾ ਸੀ। ਜਦੋਂ ਰਣਜੀਤ ਸਿੰਘ ਪਾਸੋਂ ਮਦਦ ਨਾ ਮਿਲੀ ਤਾਂ ਹੋਲਕਰ ਨੇ ਅਫਗਾਨਿਸਤਾਨ ਦੀ ਸਰਕਾਰ ਨਾਲ ਸਹਿਤਾਲੀ ਸੰਪਰਕ ਬਣਾਇਆ, ਜਿਹੜਾ ਕਿ ਸਰਕਾਰ ਖਾਲਸਾ ਦੇ ਹਿੱਤਾਂ ਦੇ ਵਿਰੁੱਧ ਸੀ। 1806 ਅਤੇ 1807 ਵਿੱਚ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬੀ ਹਿੱਸੇ ਤੇ ਜਮਨਾ ਤੱਕ ਲਗਾਤਾਰ ਚੜ੍ਹਾਈਆਂ ਕੀਤੀਆਂ ਅਤੇ ਪੂਰਬੀ ਪੰਜਾਬ ਦੀਆਂ ਰਿਆਸਤਾਂ ਪਾਸੋਂ ਭਾਰੀ ਰਕਮਾਂ ਨਜ਼ਰਾਨੇ ਦੇ ਰੂਪ ਵਿੱਚ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ। ਰਿਆਸਤੀ ਰਾਜਾਂ ਵਿੱਚ ਖਲਬਲੀ ਮਚ ਗਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮਹਾਰਾਜਾ ਉਹਨਾਂ ਦੀਆਂ ਮਲਕੀਅਤਾਂ ਹੜੱਪਣ ਲਈ ਤਤਪਰ ਸੀ। ਰਿਆਸਤੀ ਰਾਜਿਆਂ ਨੇ ਪਟਿਆਲਾ ਰਿਆਸਤ ਦੇ ਮੁਖੀ ਸਾਹਿਬ ਸਿੰਘ ਰਾਹੀਂ ਅੰਗਰੇਜ਼ਾਂ ਪਾਸ ਦਿੱਲੀ ਜਾ ਕੇ ਫਰਿਆਦ ਕੀਤੀ ਕਿ ਉਹਨਾਂ ਦੀ ਸੰਪਤੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ईस्वी 1803 ਵਿੱਚ ਦਿੱਲੀ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀ। ਉਹ ਵੀ ਰਣਜੀਤ ਸਿੰਘ ਦਾ ਪੂਰਬ ਵੱਲ ਵਧਣਾ ਆਪਣੇ ਲਈ ਖਤਰਾ ਪ੍ਰਤੀਤ ਕਰਦੇ ਸਨ। ਬਹੁਤ ਸਾਰੇ ਪੱਛਮੀ ਯਾਤਰੂ ਅਤੇ ਸੈਨਿਕ ਨੀਤੀ ਦੇ ਮਾਹਰ ਇਹ ਭਵਿੱਖਬਾਣੀ ਕਰ ਰਹੇ ਸਨ ਕਿ ਜੇ ਉਸ ਦੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਗਿਆ ਤਾਂ ਜਿਸ ਤੇਜ਼ੀ ਨਾਲ ਉਹ ਰਾਜ ਵਿਸਥਾਰ ਕਰ ਰਿਹਾ ਹੈ, ਏਸ਼ੀਆ ਵਿੱਚ ਉਸ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ। ਲਾਰਡ ਮਿੰਟੋ ਨੇ ਮਹਾਰਾਜੇ ਨਾਲ ਦੋਸਤਾਨਾ ਸੰਧੀ ਕਰਨ ਦਾ ਫੈਸਲਾ ਕੀਤਾ ਤੇ ਇਸ ਬਾਰੇ 11 ਜੁਲਾਈ 1808 ਨੂੰ ਖਤ ਲਿਖਿਆ ਕਿ ਸਾਡਾ ਦੂਤ ਮੈਟਕਾਫ ਲਾਹੌਰ ਆ ਰਿਹਾ ਹੈ। ਮੈਟਕਾਫ ਦੀ ਉਮਰ ਇਸ ਵੇਲੇ 23 ਸਾਲ ਦੀ ਸੀ ਤੇ ਉਹ ਬਰਤਾਨੀਆ ਦਾ ਬਹੁਤ ਦੂਰ ਅੰਦੇਸ਼ ਤੀਖਣ ਬੁੱਧ ਵਾਲਾ ਹੋਣਹਾਰ ਕੂਟਨੀਤੀਵਾਨ ਸੀ। ਮੈਟਕਾਫ 28 ਜੁਲਾਈ ਨੂੰ ਦਿੱਲੀ ਤੋਂ ਤੁਰਿਆ ਤਾਂ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੁਹਕਮ ਚੰਦ ਅਤੇ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਨੂੰ ਖੇਮਕਰਨ ਵਿਖੇ ਉਸ ਦੇ ਸਵਾਗਤ ਲਈ ਤਾਇਨਾਤ ਕੀਤਾ। 10,000 ਦੀ ਗਿਣਤੀ ਵਿੱਚ ਪੂਰੇ ਸਜੇ ਹੋਏ ਸਿੱਖ ਸੈਨਿਕ ਉਸ ਨੂੰ ਉਡੀਕ ਰਹੇ ਸਨ। ਮੈਟਕਾਫ ਦੇ ਅੰਗ ਰੱਖਿਅਕਾਂ ਦੀ ਟੁਕੜੀ ਦੇ ਸਿਪਾਹੀ ਗਿਣਤੀ ਪੱਖੋਂ ਥੋੜੇ ਕੁ ਸਨ ਤੇ ਉਹ ਨਾ ਸਜੇ ਧਜੇ ਸਨ, ਨਾ ਕੋਈ ਰੋਹਬਦਾਰ ਵਾਲੇ ਸਨ। ਮੈਟਕਾਫ ਨੇ ਟਿੱਪਣੀ ਕੀਤੀ, ਮਹਾਰਾਜੇ ਦੀ ਨੀਤ ਅੰਗਰੇਜ਼ਾਂ ਉੱਪਰ ਰੋਹ ਪਾਉਣ ਦੀ ਹੈ। 12 ਸਤੰਬਰ 1808 ਨੂੰ ਮੈਟਕਾਫ ਲਾਹੌਰ ਦੇ ਕਿਲੇ ਵਿੱਚ ਮਿਲਿਆ। ਉਸ ਦਾ ਸਵਾਗਤ ਕੀਤਾ ਗਿਆ। ਮਹਾਰਾਜਾ ਬਾਂਹ ਵਿੱਚ ਬਾਂਹ ਪਾ ਕੇ ਕੁਰਸੀ ਤੱਕ ਲਿਆਇਆ ਅਤੇ ਬਹੁਤ ਸਾਰੇ ਕੀਮਤੀ ਤੋਹਫੇ ਆਪਣੇ ਮਹਿਮਾਨ ਨੂੰ ਦਿੱਤੇ। ਪਰ ਮੈਟਕਾਫ ਅਨੁਸਾਰ ਮਹਾਰਾਜੇ ਵੱਲੋਂ ਜੋ ਸਤਿਕਾਰ ਪ੍ਰਗਟ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ। ਅੰਗਰੇਜ਼ ਦੂਤ ਚਾਹੁੰਦਾ ਸੀ ਕਿ ਉਸ ਨੂੰ ਲੈਣ ਲਈ ਮਹਾਰਾਜੇ ਨੂੰ ਕਿਲੇ ਤੋਂ ਬਾਹਰ ਆਉਣਾ ਚਾਹੀਦਾ ਸੀ, ਕਿਉਂਕਿ ਉਹ ਕੋਈ ਆਮ ਮਹਿਮਾਨ ਨਹੀਂ, ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਦਾ ਸ਼ਾਹੀ ਦੂਤ ਸੀ। ਮਹਾਰਾਜੇ ਨੇ ਪੁੱਛਿਆ ਕਿ ਦਰਿਆਵਾਂ ਵਿੱਚ ਹੜ੍ਹ ਆਏ ਹੋਏ ਹਨ ਤੇ ਗਰਮੀ ਵੀ ਜ਼ੋਰ ਦੀ ਪੈ ਰਹੀ ਹੈ, ਤੁਹਾਨੂੰ ਆਉਣ ਦੀ ਕੀ ਕਾਹਲੀ ਸੀ? ਚਾਰਲਸ ਮੈਟਕਾਫ ਨੇ ਕਿਹਾ, ਅੰਗਰੇਜ਼ ਸਰਕਾਰ ਤੁਹਾਡੇ ਨਾਲ ਦੋਸਤਾਨਾ ਸੰਧੀ ਕਰਨ ਦੀ ਇੱਛੁਕ ਹੈ ਤੇ ਤੁਹਾਡਾ ਹੁੰਗਾਰਾ ਸੁਣਨ ਤੋਂ ਬਾਅਦ ਮੈਂ ਇੰਗਲੈਂਡ ਪਰਤਣਾ ਹੈ। ਮਹਾਰਾਜੇ ਨੇ ਉਸ ਨੂੰ ਕੀਮਤੀ ਦੁਸ਼ਾਲੀ, ਕੀਮਖਾਬ ਦੇ ਥਾਨ, ਗੁਲਾਬਦਾਨ, ਹੀਰਿਆਂ ਜੜਿਆ ਸੋਨੇ ਦਾ ਕੈਂਠਾ, ਹਾਥੀ, ਘੋੜਾ ਤੇ ਹਜ਼ਾਰਾਂ ਰੁਪਏ ਦਿੱਤੇ। ਹਾਥੀ ਦਾ ਹੌਦਾ ਅਤੇ ਘੋੜੇ ਦੀ ਕਾਠੀ ਸੋਨੇ ਨਾਲ ਮੜੀ ਹੋਈ ਸੀ। ਦੁਬਾਰਾ 16 ਸਤੰਬਰ ਨੂੰ ਮੈਟਕਾਫ ਫਿਰ ਮਹਾਰਾਜੇ ਨੂੰ ਮਿਲਿਆ ਤੇ ਉਸਨੇ ਚਾਂਦੀ ਸੋਨੇ ਜੜੇ ਹੁੰਦਿਆਂ ਵਾਲੇ 3 ਹਾਥੀ ਤੇ ਹੋਰ ਬਹੁਤ ਸਾਰੀਆਂ ਸੌਗਾਤਾਂ ਦਿੱਤੀਆਂ। ਮੈਟਕਾਫ ਦੀ ਇਹ ਸ਼ਿਕਾਇਤ ਕਿ ਇਹੋ ਜਿਹੀ ਖਾਤਰਦਾਰੀ ਦਾ ਉਹ ਹੱਕਦਾਰ ਸੀ, ਨਹੀਂ ਮਿਲੀ। ਸਹੀ ਸੀ, ਕਿਉਂਕਿ ਰਾਜਦੂਤ ਨੇ ਮਹਾਰਾਜੇ ਦੇ ਕੁਝ ਸਿੱਖ ਸਰਦਾਰਾਂ ਅਤੇ ਮਹਾਰਾਜੇ ਦੀ ਸੱਸ ਰਾਣੀ ਸਦਾ ਕੌਰ ਨਾਲ ਗੁਪਤ ਮੀਟਿੰਗਾਂ ਕੀਤੀਆਂ ਤਾਂ ਮਹਾਰਾਜੇ ਨੇ ਉਸ ਪਿੱਛੇ ਆਪਣੇ ਸੂਹੀਏ ਲਾ ਦਿੱਤੇ ਸਨ। ਮੈਟਕਾਫ ਦੀ ਵਾਪਸੀ ਪਿੱਛੋਂ ਫਿਰ ਮਹਾਰਾਜੇ ਨੇ ਮਾਲਵੇ ਦੇ ਰਾਜਿਆਂ ਉੱਪਰ ਚੜ੍ਹਾਈ ਕਰ ਦਿੱਤੀ। ਮਲੇਰਕੋਟਲੇ ਦੇ ਨਵਾਬ ਪਾਸੋਂ 1 ਲੱਖ ਰੁਪਇਆ ਉਗਰਾਇਆ। 1 ਅਕਤੂਬਰ 1808 ਨੂੰ ਫਰੀਦਕੋਟ ਜਿੱਤ ਲਿਆ। ਉਹ ਫਿਰ ਤੇਜ਼ੀ ਨਾਲ ਜਮਨਾ ਤੱਕ ਦੇ ਇਲਾਕਿਆਂ ਵਿੱਚੋਂ ਦੀ ਨਜ਼ਰਾਨੇ ਪ੍ਰਾਪਤ ਕਰਦਾ ਰਿਹਾ ਤਾਂ ਅੰਗਰੇਜ਼ਾਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਮੈਟਕਾਫ ਦੇ ਸੰਧੀ ਦੇ ਯਤਨਾਂ ਨੂੰ ਜਾਣ-ਬੁੱਝ ਕੇ ਪੈਰਾਂ ਹੇਠ ਲਤਾੜਿਆ ਜਾ ਰਿਹਾ ਹੈ। ਇਹ ਅੰਗਰੇਜ਼ੀ ਰਾਜ ਲਈ ਖਤਰੇ ਦੀ ਘੰਟੀ ਸੀ। ਗਵਰਨਰ ਜਨਰਲ ਵੱਲੋਂ ਮਹਾਰਾਜੇ ਨੂੰ ਇੱਕ ਪੱਤਰ ਲਿਖਿਆ ਗਿਆ। ਹਿਜ਼ ਲਾਰਡਸ਼ਿਪ ਨੂੰ ਇਹ ਜਾਣ ਕੇ ਹੈਰਾਨੀ ਅਤੇ ਚਿੰਤਾ ਹੋਈ ਹੈ ਕਿ ਤੁਸੀਂ ਸਤਲੁਜ ਤੇ ਜਮਨਾ ਵਿਚਕਾਰਲੇ ਹਿੱਸੇ ਉੱਪਰ ਕਾਬਜ਼ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹੋ। ਮਰਾਠਿਆਂ ਨੂੰ ਹਰਾਉਣ ਤੋਂ ਬਾਅਦ ਅਸੀਂ ਇਸ ਦੇਸ਼ ਦੇ ਹੱਕੀ ਮਾਲਕ ਬਣ ਗਏ ਹਾਂ ਤੇ ਲਾਰਡ ਲੇਕ ਨੇ ਤੁਹਾਨੂੰ ਸਹੀ ਸਲਾਹ ਦਿੱਤੀ ਸੀ ਕਿ ਤੁਹਾਡੇ ਅਤੇ ਅੰਗਰੇਜ਼ ਰਾਜ ਵਿਚਕਾਰ ਸਤਲੁਜ ਨੂੰ ਸਰਹੱਦ ਮੰਨ ਲਿਆ ਜਾਵੇ। ਇਸ ਪੱਤਰ ਰਾਹੀਂ ਐਲਾਨ ਕੀਤਾ ਜਾਂਦਾ ਹੈ ਕਿ ਇਹਨਾਂ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨ ਦਾ ਵਿਚਾਰ ਤਿਆਗ ਦਿਓ, ਕਿਉਂਕਿ ਇਹ ਬਰਤਾਨਵੀ ਸੁਰੱਖਿਆ ਵਿੱਚ ਆ ਗਏ ਹਨ। ਸਰਕਾਰ ਆਸਵੰਦ ਹੈ ਕਿ ਜਿਨ੍ਹਾਂ ਇਲਾਕਿਆਂ ਉੱਪਰ ਸਤਲੁਜ ਦੇ ਪੂਰਬ ਵੱਲ ਮਹਾਰਾਜੇ ਨੇ ਕਬਜ਼ੇ ਕੀਤੇ ਹਨ ਉਹ ਛੱਡ ਦੇਣ। ਅਸੀਂ ਮਹਾਰਾਜੇ ਨਾਲ ਮਿੱਤਰਤਾ ਦੇ ਸੰਬੰਧ ਰੱਖਣ ਦੇ ਇੱਛੁਕ ਹਾਂ। ਮਹਾਰਾਜਾ ਅਜਿਹੇ ਖਤ ਲਈ ਆਸਵੰਦ ਨਹੀਂ ਸੀ।
एक बार तां उसने अंग्रेज़ां नाल टक्कर लैण दी भी ठाणी, पर कुछ सियाणे बंदियां ने महाराजे दा सुनेहा अंग्रेज़ां तक पहुंचाया कि चलो असीं इन्हां थावां ते दखल नहीं दिंदे, पर रियासती राजे सरकार खालसा नूं हर साल परंपरा अनुसार मामला दिंदे रहण ते इस दी गारंटी अंग्रेजी सरकार लवे। ਇਹ ਗੱਲ भी अंग्रेज़ां ने नहीं मन्नी। महाराजा बड़ा क्रोधवान होया। अख्तर लोनी 4 फरवरी 1809 पटियाले पुजा। राणी दया कौर ने उस पास बेनती की कि अबाला मेरा है, इस पर महाराजे तो मेरे हक विच कब्जा छुड़वाया जावे। लाहौर दीआं फौजां ने अबाला छड्ड दिता। फिर 9 फरवरी नूं लाहौर नूं खत भेजिया गया कि खरड़ अते खानपुर विचों खालसा फौजां निकल जाण, नहीं तां अंग्रेज कार्रवाई करनगे। महाराजा इस वेले भी अंग्रेजां नाल जंगी मैदान विच टक्करन लई तैयार सी, पर विदेश मंत्री फकीर अजीजुद्दीन बुखारी ने अजिहा करन तो मना कर दिता ते इन्हां थावां तो फौजां वापस बुला लईआं। आखिर बहुत सख्त कशमकश अते गंभीर विचार वटांदरे बाद एंग्लो सिख संधि हुई, जिस उपर 25 अप्रैल 1809 नूं दोवां धਿਰਾਂ ਦੇ दस्तखत ਅੰਮ੍ਰਿਤਸਰ विखे होए। इस संधि अनुसार लाहौर सरकार अते अंग्रेज सरकार विच मित्रता रहेगी ते जिवें महाराजे दा कोई तलक सतलुज दे पूर्व बल दे इलाकिਆਂ उपर नहीं होएगा, इसे प्रकार सतलुज दे पश्चिमी इलाकिਆਂ उपर अंग्रेजां दा कोई वास्ता नहीं रहेगा। सतलुज के कंढियां उपर महाराजा वधीक सेना तैनात नहीं करेगा। दोवां सरकारां दे वारस भी ये शर्तां मन्नण दे पाबंद होणगे ते एक शर्त दी उलंघना दा अर्थ पूरी संधि भंग होई होवेगा। इस संधि उपर 21 मई 1809 नूं लॉर्ड मिंटो गवर्नर जनरल दे दस्तखत होए। संधि का सब तो वधीक विरोध दीवान मोहकम चंद अते अकाली फूला सिंह ने किया, जिहड़े इस नूं पाड़ के युद्ध करन दे इच्छुक सन। रणजीत सिंह दे पूर्वी पंजाब वल वधण अते राज विस्तार करन उपरंत पूर्ण पाबंदी लग गई। जिन्हां लोकां नूं महाराजे दी संधि नूं प्रवान करन पिछे कायरता दिसी है, वो तत्थां तो वाकफ नहीं। महाराजे नूं अपनी स्थिति का सही पता सी। तो अंग्रेजां नाल टक्कर लै लैंदा तां अफगानां ने पंजाब उपर टुट पैना सी ते रियासती राजे अंग्रेजां नाल लड़ने सी। वो सारे मिसलदार अंदरों रणजीत सिंह के खिलाफ सन, जिन्हां दीआं मालकियां महाराजे ने खोह लईआं सन। इस संधि का लाभ यह होया कि वह पूर्व की सरहद वालों निश्चिंत हो गया, जिस सदका उसने सारिया पहाड़ी रियासतां जम्मू समेत कब्जे विच कर लईआं अते कश्मीर तो इलावा सिंध तक दबदबा कायम कर लिया। मुल्तान, कश्मीर अते होर कई पासियों अंग्रेजां पास महाराजे विरुद्ध संधि दीआं चिट्ठियां गईआं, पर जिन्ना चिर रणजीत सिंह जिउंदा रहा, अंग्रेजां ने उस नाल मित्रता रखी। विश्व की शक्तिशाली हुकूमत नूं अपने पक्ष विच करना कोई घट महत्वपूर्ण प्राप्ति नहीं सी। बहुत मेहनत नाल बनाई हुकूमत नूं वो खामखा गवाउणा नहीं चाहुंदा सी। रणजीत सिंह ने अंग्रेजां नूं कुछ अहदनामे अपनी मर्जी के खिलाफ कीते। उदास भी होया, पर मगरैगर रणजीत सिंह का कथन इउं बयान करदा है, मैं अंग्रेजां नूं धक्क के एक बार अलीगढ़ तक ले जा सकदा हां, पर फिर वो मैनूं मेरी सल्तनत तो बाहर तक धक्क देणगे। महाराजा रणजीत सिंह ने अपने आप को हमेशा भुल्लणहार समझिया। उसने फकीर नूर उद्दीन अते सरदार अमीर सिंह नूं यह लिख के फरमान सौंपिया कि मैं मेरा कोई शहजादा या प्रधानमंत्री जे कोई अजिहा हुक्म जारी कर देण जिहड़ा लोकां दी भलाई दे विरुद्ध जांदा होवे तां दुरुस्त करवाउण लई जां वापस लैण लई मेरे पास लिआओ। संसार विच अजिही कोई होर उदाहरण सानूं प्राप्त नहीं। वो अकाली फूला सिंह दे हुक्म उपर फुल चढ़ाउण लई कोड़े खाण वास्ते अकाल तख्त अगे पेश हो सकदा सी। 7 अप्रैल 1831 नूं लैणा सिंह मजीठिया अते जरनैल वैंतुरा ने बहावलपुर उपर चढ़ाई करनी सी। तद महाराजे ने उन्हां नूं कहा, गरीबां अते कमजोरां दा ध्यान रखना तां कि वो अपने घरां विच वासे रासे रह सकण।
ਕਿਸੇ ਬਦਕਿਸਮਤ ਭਿਖਾਰੀ ਨਾ ਬਣਾ ਦੇਣਾ ਪ੍ਰਜਾ ਨੂੰ। ਇਵੇਂ ਹੀ ਜਦੋਂ ਖੁਸ਼ਹਾਲ ਸਿੰਘ 1833 ਵਿੱਚ ਕਸ਼ਮੀਰੀਆਂ ਪਾਸੋਂ ਵੱਡੀ ਰਕਮ ਨਜ਼ਰਾਨਾ ਵਸੂਲ ਕੇ ਲਿਆਇਆ ਤਾਂ ਮਹਾਰਾਜਾ ਬਹੁਤ ਉਦਾਸ ਹੋਇਆ, ਕਿਉਂਕਿ ਉੱਥੇ ਤਾਂ ਕਾਲ ਪਿਆ ਹੋਇਆ ਸੀ। ਉਸਨੇ ਹਜ਼ਾਰਾਂ ਖੱਚਰਾਂ ਉੱਪਰ ਅਨਾਜ ਲਦਵਾ ਕੇ ਮੰਦਰਾਂ ਅਤੇ ਮਸਜਿਦਾਂ ਵਿੱਚ ਪਹੁੰਚਾਇਆ, ਜਿੱਥੋਂ ਲੋੜਵੰਦ ਪ੍ਰਜਾ ਪੇਟ ਭਰ ਸਕੇ। ਮੁਲਾਜ਼ਮਾਂ ਅਤੇ ਅਫਸਰਾਂ ਦੀ ਤਨਖਾਹ ਹਿੰਦੁਸਤਾਨ ਵਿੱਚ ਇੰਨੀ ਕਿਤੇ ਨਹੀਂ ਸੀ ਜਿੰਨੀ ਮਹਾਰਾਜਾ ਦਿੰਦਾ ਸੀ। ਉਸ ਦੀ ਪਰਖ ਕੇਵਲ ਯੋਗਤਾ ਹੁੰਦੀ ਸੀ। ਜੇ ਯੋਗ ਬੰਦਾ ਮਿਲ ਗਿਆ ਤਾਂ ਪੈਸੇ ਦੀ ਕਮੀ ਨਹੀਂ ਰਹਿਣ ਦਿੰਦਾ ਸੀ। ਕਸ਼ਮੀਰ ਦੇ ਨਾਜ਼ਮ ਕਿਰਪਾ ਰਾਮ ਦੀ ਤਨਖਾਹ 1 ਲੱਖ ਰੁਪਇਆ ਸਾਲਾਨਾ ਸੀ। ਕਾਰਦਾਰ ਉਸ ਦੇ ਅਧੀਨ ਹੁੰਦੇ ਸਨ ਤੇ ਉਹਨਾਂ ਦਾ ਕੰਮ ਕਿਲਿਆਂ ਵਿੱਚ ਅਨਾਜ ਦੇ ਭੰਡਾਰ ਜਮ੍ਹਾਂ ਕਰਨਾ ਹੁੰਦਾ ਸੀ। ਇਹ ਅਨਾਜ ਮੁਲਾਜ਼ਮਾਂ ਨੂੰ ਤਨਖਾਹ ਵਜੋਂ ਵੀ ਦਿੱਤਾ ਜਾਂਦਾ ਸੀ ਤੇ ਜਦੋਂ ਫੌਜਾਂ ਕੂਚ ਕਰਦੀਆਂ ਸਨ ਉਦੋਂ ਲੰਗਰ ਦੇ ਵੀ ਕੰਮ ਆਉਂਦਾ ਸੀ। ਪ੍ਰਸ਼ਾਸਨ ਇੰਨਾ ਕੁਸ਼ਲ ਸੀ ਕਿ ਚੋਰੀਆਂ ਡਾਕੇ ਬੰਦ ਹੋ ਗਏ ਸਨ। 20 ਦਸੰਬਰ 1810 ਨੂੰ ਮਹਾਰਾਜੇ ਪਾਸ ਖਬਰ ਪੁੱਜੀ ਕਿ ਬੀਤੀ ਰਾਤ ਡਾਕੂ ਸੁਨਿਆਰਿਆਂ ਪਾਸੋਂ ਸੋਨਾ ਲੁੱਟ ਕੇ ਲੈ ਗਏ ਹਨ। ਮਹਾਰਾਜੇ ਨੇ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਤੁਰੰਤ ਕਾਰਵਾਈ ਕਰੇ ਤੇ ਸਾਰੇ ਡਾਕੂ ਪੇਸ਼ ਕਰੇ। 22 ਦਸੰਬਰ ਨੂੰ ਥਾਣੇਦਾਰ ਬਹਾਦਰ ਸਿੰਘ ਨੇ 2 ਡਾਕੂ ਮਹਾਰਾਜੇ ਅੱਗੇ ਪੇਸ਼ ਕਰ ਦਿੱਤੇ ਤਾਂ ਮਹਾਰਾਜੇ ਨੇ ਕਿਹਾ 2 ਨਹੀਂ, ਸਾਰੇ ਡਾਕੂ ਪੇਸ਼ ਕਰ ਅਤੇ ਨਾਲ ਹੀ ਉਹ ਮਾਲ ਪੇਸ਼ ਕਰ ਜਿਹੜਾ ਇਹਨਾਂ ਨੇ ਲੁੱਟਿਆ ਸੀ। ਜੇ ਅਜਿਹਾ ਨਾ ਕੀਤਾ ਤਾਂ ਤੈਨੂੰ ਸਜ਼ਾ ਦਿਆਂਗਾ। ਨਿਆਂ ਵਾਸਤੇ ਮੁੱਢਲੀ ਅਦਾਲਤ ਪੰਚਾਇਤ ਸੀ। ਪੰਚਾਇਤ ਦੇ ਫੈਸਲੇ ਦਾ ਸਨਮਾਨ ਕੀਤਾ ਜਾਂਦਾ ਸੀ। ਪੰਚਾਇਤੀ ਫੈਸਲੇ ਵਿਰੁੱਧ ਕਾਰਦਾਰ ਦੀ ਅਦਾਲਤ ਵਿੱਚ ਅਪੀਲ ਹੋ ਸਕਦੀ ਸੀ ਤੇ ਕਾਰਦਾਰ ਵਿਰੁੱਧ ਨਿਜ਼ਾਮ ਪਾਸ। ਹੈਨਰੀ ਦੁਰਾਂਤ ਲਿਖਦਾ ਹੈ ਕਿ ਮੈਂ ਪੇਸ਼ਾਵਰ ਦੇ ਨਿਜ਼ਾਮ ਅਵੀਤ ਵਿਲੇ ਨੂੰ ਮਿਲਣ ਗਿਆ ਤਾਂ ਉਹ ਆਪਣੀ ਅਦਾਲਤ ਵਿੱਚ ਫੈਸਲੇ ਕਰ ਰਿਹਾ ਸੀ। ਉਸ ਦੀ ਅਦਾਲਤ ਵਿੱਚ ਜੱਜਾਂ ਦਾ ਜਿਹੜਾ ਬੈਂਚ ਸੀ ਉਸ ਵਿੱਚ 2 ਮੁਸਲਮਾਨ, 2 ਹਿੰਦੂ ਅਤੇ 2 ਸਿੱਖ ਸਨ। ਮਹਾਰਾਜੇ ਦਾ ਸਖਤ ਹੁਕਮ ਸੀ ਕਿ ਇਨਸਾਫ ਤਾਂ ਤੁਰੰਤ ਦੇਣਾ ਹੀ ਹੈ। ਜੱਜ ਰਹਿਮਦਿਲੀ ਤੋਂ ਅਵਸ਼ ਕੰਮ ਲੈਣ। ਜੱਜ ਨੂੰ ਕਾਜ਼ੀ ਕਿਹਾ ਜਾਂਦਾ ਸੀ। ਵੱਖ-ਵੱਖ ਧਰਮਾਂ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਸੁਣਾਏ ਜਾਂਦੇ ਸਨ। ਮਹਾਰਾਜੇ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਇੱਕ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਉਸ ਨੂੰ ਵੀ ਨਹੀਂ ਜਿਸ ਨੇ ਮਹਾਰਾਜੇ ਉੱਪਰ ਹਮਲਾ ਕੀਤਾ। ਵੱਡੀ ਤੋਂ ਵੱਡੀ ਸਜ਼ਾ ਦੇਸ਼ ਨਿਕਾਲਾ ਸੀ। ਪੰਜਾਬ ਉਹਨਾਂ ਦਿਨਾਂ ਵਿੱਚ ਸੁਰਗ ਤੋਂ ਘੱਟ ਨਹੀਂ ਸੀ ਤੇ ਪੰਜਾਬ ਤੋਂ ਬਾਹਰ ਦੇਸ਼ ਨਿਕਾਲਾ ਨਰਕ ਵਿੱਚ ਧੱਕੇ ਖਾਣ ਬਰਾਬਰ ਸਮਝਿਆ ਜਾਂਦਾ ਸੀ। ਫੌਜੀਆਂ ਨੂੰ ਚੰਗੀ ਤਨਖਾਹ ਮਿਲਦੀ ਸੀ ਤੇ ਫੌਜ ਦੀ ਗਿਣਤੀ ਨਿਸ਼ਚਿਤ ਨਹੀਂ ਸੀ। ਸੰਕਟ ਸਮੇਂ ਫੌਜ ਦੀ ਗਿਣਤੀ ਲੋੜ ਅਨੁਸਾਰ ਵਧਾ ਲਈ ਜਾਂਦੀ ਸੀ। 1810 ਵਿੱਚ ਮਹਾਰਾਜੇ ਪਾਸ ਲਾਹੌਰ ਵਿਖੇ 30,000 ਘੋੜਸਵਾਰ ਹੁੰਦੇ ਸਨ ਤੇ ਹਰ ਰੋਜ਼ 1,000 ਘੋੜੇ ਸਵੇਰੇ ਮੁਆਇਨੇ ਲਈ ਖਿਲਾਰੇ ਜਾਂਦੇ ਸਨ। ਮਹਾਰਾਜਾ ਕੋਈ ਇੱਕ ਘੋੜਾ ਚੁਣਦਾ ਤੇ ਦੌੜ ਲਵਾਉਂਦਾ। ਕਈ ਵਾਰ ਨਾਸ਼ਤਾ ਉਹ ਘੋੜੇ ਦੀ ਕਾਠੀ ਉੱਪਰ ਹੀ ਕਰ ਲੈਂਦਾ। ਇਉਂ 30 ਦਿਨਾਂ ਵਿੱਚ 30,000 ਘੋੜਿਆਂ ਦੀ ਪਰਖ ਹੋ ਜਾਂਦੀ ਤੇ ਸੰਭਾਲ ਕਰਨ ਵਾਲੇ ਸੁਸਤ ਨਹੀਂ ਹੋ ਸਕਦੇ ਸਨ। ਯੋਗ ਬੰਦੇ ਨੂੰ ਬਹੁਤ ਜਲਦੀ ਤਰੱਕੀ ਦੇ ਮੌਕੇ ਮਿਲਦੇ ਸਨ। ਮਹਾਰਾਜਾ ਮੇਲਿਆਂ ਵਿੱਚ ਬਹਾਦਰਾਂ ਦੇ ਕਾਰਨਾਮੇ ਦੇਖਦਾ ਤਾਂ ਉੱਥੇ ਹੀ ਨੌਕਰੀਆਂ ਦੇਣ ਦਾ ਐਲਾਨ ਕਰ ਦਿੰਦਾ। ਜਾਤ ਪਾਤ ਕਾਰਨ ਮਹਾਰਾਜੇ ਨੇ ਕਿਸੇ ਨਾਲ ਕੋਈ ਕਦੇ ਵਿਤਕਰਾ ਨਹੀਂ ਕੀਤਾ। ਮਹਾਰਾਜੇ ਦੀ ਦਰਿਆਦਲੀ ਕਾਰਨ ਹੀ ਗੁਸੈਲੇ ਸਿੱਖ ਜਵਾਨ ਉਸਦਾ ਕਹਿਣਾ ਮੰਨ ਜਾਂਦੇ ਸਨ, ਭਾਵੇਂ ਕਿ ਯੂਰਪੀਅਨ ਜਰਨੈਲਾਂ ਨੇ ਕੰਮ ਕਰਨਾ ਉਹਨਾਂ ਨੂੰ ਪਸੰਦ ਨਹੀਂ ਸੀ। ਕਦੀ ਕਦਾਈ ਮੁਸ਼ਕਿਲਾਂ ਖੜੀਆਂ ਹੁੰਦੀਆਂ ਤਾਂ ਮਹਾਰਾਜਾ ਹੱਲ ਕਰ ਲੈਂਦਾ। ਸੋਹਣ ਲਾਲ ਮਹਾਰਾਜੇ ਦੇ ਦੂਤ ਵਜੋਂ ਫਾਰਸ ਦੇ ਸ਼ਾਹਜ਼ਾਦਾ ਅਬਾਸ ਮਿਰਜ਼ਾ ਨੂੰ ਮਿਲਿਆ। ਈਦ ਉਲ ਫਿਤਰ ਦੇ ਜਸ਼ਨਾਂ ਵਿੱਚ ਸ਼ਾਹਜ਼ਾਦੇ ਦਾ ਸ਼ਾਮਿਆਨਾ ਬਹੁਤ ਸਜਾਇਆ ਗਿਆ ਸੀ। ਸ਼ਾਹਜ਼ਾਦੇ ਨੇ ਸੋਹਣ ਲਾਲ ਨੂੰ ਪੁੱਛਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਇਹੋ ਜਿਹੀ ਸਜ ਧਜ ਵਾਲਾ ਹੈ ਤੇ ਕੀ ਮਹਾਰਾਜੇ ਦੀ ਸੈਨਾ ਵੀ ਇਹੋ ਜਿਹੀ ਬਹਾਦਰ ਅਤੇ ਅਨੁਸ਼ਾਸਿਤ ਹੈ ਜਿਹੋ ਜਿਹੀ ਮੇਰੀ? ਸੋਹਣ ਲਾਲ ਨੇ ਨਿਮਰਤਾ ਨਾਲ ਜਵਾਬ ਦਿੱਤਾ, ਮੇਰੀ ਸਰਕਾਰ ਦੇ ਦਰਬਾਰ ਦੀ ਛੱਤ ਕਸ਼ਮੀਰੀ ਪਸ਼ਮੀਨਿਆਂ ਅਤੇ ਸ਼ਾਲਾਂ ਨਾਲ ਜੜੀ ਹੋਈ ਹੈ ਤੇ ਫਰਸ਼ ਉੱਪਰ ਵੀ ਕਸ਼ਮੀਰੀ ਸ਼ਾਲ ਵਿਛੇ ਹੁੰਦੇ ਹਨ। ਜਿੱਥੋਂ ਤੱਕ ਬਹਾਦਰੀ ਦਾ ਸਵਾਲ ਹੈ, ਜੇ ਸਾਡਾ ਜਰਨੈਲ ਹਰੀ ਸਿੰਘ ਨਲੂਆ ਸਿੰਧ ਦਰਿਆ ਟੱਪ ਪਵੇ ਤਾਂ ਤੁਸੀਂ ਵਾਪਸ ਤਬਰੇਜ਼ ਪਰਤਣਾ ਠੀਕ ਸਮਝੋਗੇ। ਅਬਾਸ ਮਿਰਜ਼ਾ ਨੇ ਕਿਹਾ, ਖੂਬ, ਬਹੁਤ ਖੂਬ। ਮਹਾਰਾਜਾ ਸਾਦਾ ਲਿਬਾਸ ਪਹਿਨਦਾ। ਉਸਨੇ ਕੋਈ ਵਿਸ਼ੇਸ਼ ਤਖਤ ਨਹੀਂ ਬਣਵਾਇਆ।
एक सुंदर कुर्सी बनवाई गई जिस उपर सोना लग्या होया सी, पर उसकी दिख सधारण सी। ये कुर्सी लंडन के म्यूजियम विच पई है, पर महाराजा जिथे किते हुंदा उत्थे ही फैसले सुणाउंदा रहिंदा। कई बारी तां जमीन ते चौकड़ी मारी हो न्या करदा। मुलाकातां करन वाले अपनी अपनी हैसियत मुताबक नजराने भेंट करदे। उसकी हाजरी विच लोग खौफदा नहीं हुंदे सन। रेलड़ियां कढ़वाउणियां जां मिलण तो पहला जमीन ते सिर ला के मत्था टेकण वाली परंपरा तां उसनूं बिल्कुल शौक नहीं सी। पर उसने अपने वजीरां, जरनैलां, राजकुमारां ते अफसरां नूं हुक्म दिता होया सी कि वह पूरी तरह सज धज नाल कोर्ट विच पेश होण। राजा गुलाब सिंह अते शाहजादा हीरा सिंह सब तो वधीक सजे हुए व्यक्ति हुंदे सन। जिहड़े बंदे महाराजे दी मुलाजमत विच हुंदे सन, उन्हां पर दो बंदिशां लाजम सन। एक वाल नहीं मुनने, दूजे तंबाकू की वरतों नहीं करनी। यह हुक्म यूरोपीयन, हिंदुआ ते मुसलमाना सबना उपर लागू सन। आम नागरिकों उपर यह बंदिश लागू नहीं सी। जिहड़े देशी विदेशी मेहमान मुलाकात लई आउंदे, महाराजा अपने बराबर अपने वर्गी कुर्सी उपर बिठाउंदा। जदों कि उन्हां दिनां विच अजिहा रिवाज नहीं सी कि कोई भी बंदा हुक्मरान दे बराबर बैठे। महाराजे की अख केवल योग्यता उपर हुंदी सी ते इसे कारण जगीरा उसने जद्दी नहीं बनन दित्तियां। जे पिता जगीरदार है तो उसकी जगीर की वारिस सुते सिर उसकी संतान नहीं हो सकती सी। जरनैल हरि सिंह नलूए की सालाना जगीर 8 लाख रुपए सालाना सी। उसकी औलाद उस वांग योग सिद्ध ना हुई तो नलवा की जायदाद उसकी मौत उपरंत जब्त करके होरना योग बंदियां विच वंड दित्ती। महाराजे ने दे राज प्रबंध विच 3 डोगरियां का नाम खास है। ध्यान सिंह प्रधानमंत्री सी, गुलाब सिंह जरनैल भी रहा, गवर्नर भी। इन्हां दा तीजा भरा सुचेत सिंह दरबार के काजां विच हत्थ वटाउंदा रहा। इन्हां तिन्नां भरावां दी चढ़ तो सिख सरदार ईर्खा करते सन। इवें ही 3 मुसलमान भरा वड्डे रुतबिਆਂ ਨੂੰ माणदे रहे। फकीर अजीजुद्दीन विदेश मंत्री रहा, फकीर नूरुद्दीन लाहौर किले का रहा ते खजाने दीयां चाबियां का मालिक भी। महाराजा उसका बड़ा सत्कार करता सी। महाराजे का खाना उसकी निगरानी विच तैयार हुंदा सी। तीजा भरा फकीर इमामुद्दीन गोबिंदगढ़ अते अमृतसर के किलियां का रखवाला सी। ਲੱਖਾਂ रुपए उसके खजाने में सरकार वालों जमा रहंदे सन। वो गवर्नर भी रहा। मजीठिया सरदारां विचों देसा सिंह ते लहणा सिंह सत्ता के भागीदार रहे। संधा वाली सरदारां विच अमीर सिंह, अतर सिंह, लहणा सिंह ते बुद्ध सिंह बड़े सत्कारयोग सन, जिन्हां नूं ਲੱਖਾਂ रुपया जगीरां वजों मिलदा सी। श्याम सिंह अटारी वाला महाराजे का रिश्तेदार, उसकी बेटी कंवर नौ निहाल सिंह नूं विआही गई। वो बड़ा तकड़ा योद्धा सी ते अंग्रेजों विरुद्ध लड़दा होया 1846 विच शहीद होया। सर लैपल ग्रिफिन उस बारे लिखदा है, श्याम सिंह जट्टां विचों सब तो वधीक बहादुर सी ते बहादुरी, ईमानदारी, ताकत अते हौसले विच जट दुनिया की किसी नस्ल तो पिछे नहीं सन। हरि सिंह नलूए बारे महाराजा क्या करदा सी, हकूमत चलाउण वास्ते इहो जिहे जरनैलां दी लोड़ हुंदी है। जमरौद के किले विचों अफगानां नाल लड़दा होया अप्रैल 1837 विच वो शहीद होया। महाराजा महीने तक उदास रहा ते दरबार साहिब विच सब नूं इह नसीहत की गई सी कि नलूए सरदार की गल महाराजे सामने नहीं रखनी। कादर यार ने जदों नलूए की वार लिख के लियांदी तां महाराजा उसनूं सुन के रो पिया ते शायर नूं खूह समेत एक मुरब्बा जमीन दित्ती। हिंदू जरनैलां विचों सब तो वधीक तेजवान दीवान मुहकम चंद सी। उसने सतलुज सरहद की रखवाली महाराजे तो मंग के लई सी ते फलौर का किला जो हुण पुलिस ट्रेनिंग स्कूल है उसे दा बनाया होया है। अंग्रेजां नूं सख्त नफरत करदा सी। अकाली फूला सिंह अते मुहकम चंद दोवें अंग्रेजां नाल संधियां करन दे सख्त विरोध सन। अमृतसर विच अकाली जी ने तां मैटकाफ दी सुरक्षा गार्ड नूं कुੱਟ दित्ता सी।
लाहौर विच संधि करन वेले जदों वो अपनी गल उत्ते अड़ जांदा तां दीवान मोहकम चंद नूं बड़ा बुरा लगदा। उसने मैटकाफ नूं एक दिन कहा, युद्ध दे मैदान विच लगदा है सिखां नूं तुसीं देखिया नहीं है, जदों देखोगे तां जाणू हो जाओगे। इस ते मैटकाफ ने कहा, तुसीं भी अंग्रेज़ां नूं अजे देखिया नहीं। दीवान मोती राम पहलों जलंधर दा फिर कश्मीर दा गवर्नर रहा। वो मुकम चंद दा पुत्र सी। डोगरे उस विरुद्ध साजिशां करदे रहिंदे सन, जिस कारण वो लाहौर छड्ड के बनारस चला गया सी। मोती राम दा बेटा राम दयाल फौजी अफसर सी ते वो पठाणा विरुद्ध लड़दा होया 1820 विच 28 साल की उम्र विच जान वार गया। राम दयाल दा भरा किरपा राम जलंधर दा प्रशासक लगा रहा। इस विरुद्ध भी डोगरे गोंदा गाउंदे रहे, जिस करके ये भी अपने पिता पास बनारस चला गया। दीवान भवानी दास काबल विच शाह सुजा दा माल अफसर सी। किसी कारण शाह उस नाल नाराज हो गया तां काबल छड्ड के 1808 विच लाहौर आ गया ते महाराजे नूं मिल के अपनी योग्यता दसी ते नौकरी लई अर्ज की। बाइज्जत महाराजे ने उसनूं स्टेट के सारे अर्थचारे की निगरानी सौंप दी। उसने पहली बार सही लेखा जोखा रखने की प्रत पाई, कई खजाना दफ्तर खोले। वो किसी भी जगीरदार या सूबेदार तो हिसाब मंग सकता सी। बड़ी बार वो पड़तालिया अफसर लगा। जमादार खुशहाल सिंह मेरठ जिले का ब्राह्मण सी, जिसने महाराजे पासों 17 साल की उम्री 5 रुपए महीना सिपाही की नौकरी प्राप्त की, पर तिखी समझ सूझ सदका अजिहा महाराजे की नजर में चढ़िया कि लाहौर किले का ड्यूटीदार लग गया। कोई वड्डे तो वड्डा अफसर या वजीर उसकी आग्ञा बगैर महाराजे नाल निजी गल नहीं कर सकता सी। खुशहाल सिंह का भतीजा तेज राम भी लाहौर आ गया ते अमृत छक के तेजा सिंह बनया। वो तरक्की करदा करदा जरनैल के रुतबे तक पुजा। रणजीत सिंह की मौत तो बाद उसने स्टेट नाल गद्दारी की ते अंग्रेज़ां नाल मिल गया। दीवान गंगाराम बनारस का बशिंदा सी। उसने ग्वालियर के महाराजे पास नौकरी प्राप्त की थी। कुशलता और ईमानदारी सदका उसका अच्छा रसूख बनया। जो महाराजा सिंधिया नूं अंग्रेज़ां ने हरा दिता तां 1803 विच वो दिल्ली आ वसिया। किसी ने 1813 विच उसकी लियाकत बारे महाराजे पास गल की तां उसने तुरंत गंगाराम नूं लाहौर बुला लिया ते वित्ती मामलिਆਂ की देख रेख कर लई किया। स्टेट की शाही मोहर उसे पास हुंदी सी। दीवान अयोध्या प्रसाद गंगाराम का गोदी लिया पुत्र सी। वो 15 साल की उम्र विच लाहौर आया। पहले सिपाही भर्ती होया, फिर तरक्की करदा करदा जरनैल वैनतुरा का लैफ्टिनेंट जनरल बन गया। अंग्रेजी और फ्रांसीसी विच निपुण होने करके वो महाराजे पास दुभाषी का काम भी करता सी। महाराजे नाल काम करन तो इलावा उसने कंवर खड़क सिंह अते कंवर शेर सिंह नाल भी काम किया। महाराजे की मौत तो बाद भी उसने अहम ड्यूटियां निभाइयां। जो सिख अंग्रेजों पासों हार गए तद भी उसने अंग्रेजों पासों कंवर दलीप सिंह की निगरानी करनी मंगी। जो तक कंवर दलीप सिंह नूं इंग्लैंड नहीं भेजा गया, अयोध्या प्रसाद ने उसकी निगरानी का काम बाखूबी निभाया। वो बड़ा दयालु और इंसाफ पसंद शांत सुभाव मनुख सी। अंग्रेजों ने उसनूं लाहौर का मैजिस्ट्रेट नियुक्त किया। यह उसकी विद्यक निपुणता करके होया। इवें ही राजा दीनानाथ, मिसर दीवान चंद, मिसर रूपलाल, बेली राम और सावणमल अपनी काबिलियत सदका निक्कियां थावां तो उठ के बहुत वड्डे वड्डे रुतबियां उपर चढ़े। विदेशी जरनैलों में जीन फ्रांसिस, एलार्ड, वैंतुरा, वितविले कोट आदि उच्च कोटि के सूरवीरां ने बड़ा नाम कमाया। शुरू में सिखा ने उन्हों का मखौल उड़ाया ते उन्हों दी इनकम करन तो आनाकानी भी की। परेड नूं सिख पसंद नहीं करते सन ते इस नूं कंजरियां दा नाच आखदे सन। पर हौली हौली सब महाराजे की गल मन गए कि फौज विच अनुशासन कायम रखने लई परेड बहुत जरूरी है। इन्हां विदेशी जरनैलों ने खतरनाक मुहिमां विच हिस्सा लिया। महाराजे ने कोई जरनैल किसी उच्च अहुदे पर तैनात नहीं किया।
जिस यात्रु ने पंजाब देखना चाहया वो महाराजे नूं मिलण तो बगैर वापस नहीं परतिया। मुलाकात लई कोई मुश्किल नहीं आउंदी सी। महाराजा अपने नजदीक रुपईया अते मोहरां दी थैली रखदा, यात्रियों नूं मुठ्ठा भर भर धन दिंदा। कुछ यूरोपीयन यात्रियों ने जदों इस गल का बुरा मनाया कि वो पैसे लैण नहीं आए, तद उन्हां नूं दस्सिया गया कि हेठी करन लई नहीं, स्वागत करन लई इह इत्थों दा रिवाज है। आउंदे जांदे अपने प्यारिਆਂ ਨੂੰ रिश्तेदारां ਨੂੰ इवें लोग पैसे दिंदे हन। कई चित्रकार आए जो महाराज की तस्वीर बनाउण दे इच्छुक सन, पर वो मना कर दिंदा ते आखदा राजा ध्यान सिंह की तस्वीर बना लो, वो बड़ा सोहना है। महाराणी जिन्ना की पेंटिंग बनाओ, उन्हां नूं धन दे के तोर दिंदा, क्योंकि उसनूं एहसास सी कि मैं सोहना नहीं हाँ। ऑसबोर्न लिखता है, पहली नजरे देखिया दिल ते सट वजदी है कि सिखां दा राजा किहो जिहा है। पक्का रंग, माता दे दाग, दरमियाना कद, इहो काना जदों पिठ पिछे ढाल बन के घोड़े की काठी ते सवार होकर अड्डी लाउंदा है, तद वो एक करिश्मा बन जाता है। उसका शरीर नहीं दिसता, उसकी बलवान रूह के दीदार होंदे हन। यकीन नहीं होता कि वही शख्स है जिहड़ा हुणे देखिया सी। लैपल ग्रिफिन लिखदा है, लाहौर, अमृतसर अते दिल्ली जिसनूं बुरश चलाउणा आउंदा है जां लक्कड़ ते नकाशी करनी आउंदी है, वो माला माल हो गया है। उसदियां तस्वीरां धड़ा धड़ विक रहीआं हन। उसदियां तस्वीरां महलां तो लैके झोंपड़ियां दे अंदर तक पुज गईआं हन। वो बंदा जिहड़ा सोहना नहीं, हरेक दिल विच वसन लग पिया है। मैकग्रैगर लिखदा है, उसकी मुस्कान मनमोहंदी है, उसकी सादगी करके माहौल सुखावा रहिंदा है ते बंदा बेझिझक गल कर सकदा है। जिस विषय ते मर्जी गल करो, वो तुरंत तह तक पहुंच जाता है ते उस पास शब्दां दी कदी घाट नहीं आई, ना विचारां दी कमी दी सी। युद्ध विच लड़ाई कर वेले वो सारियां तो अगे हुंदा ते वापसी वेले सब तो पिछे। सारी जिंदगी उसने युद्धां विच लंघाई। अज भी शानदार महलां विच रहण दी थां उसनूं तंबू विच बैठना वधीक पसंद है। बारक ने लिखिया, खामखा अपने हत्थां ते उसने खून दे दाग नहीं लगण दित्ते। बगैर जुल्म कीतियां इन्नी वड्डी हुकूमत कायम करन विच उसकी मिसाल होर किते नहीं मिलदी। H.E. फेन 1837 विच लाहौर आया ते टिप्पणी दित्ती, मेहरबानियां नाल वो नक्को नक भरिया होया है। हैरानी हुंदी है कि मौत की सजा खत्म करन उपरंत भी वो आप खुदरे जांगली लोकां नूं सिधाण विच कामयाब होया। जरनैल वितबले ने पेशावर विच महाराजे की आग्ञा बगैर कुछ डाकुआं नूं फांसी की सजा दे दी, तां महाराजे ने उसकी जवाब तलबी करके अपनी नाराजगी प्रगटाई। महाराजे ने कहा, तू उन्हां नूं बंदी बना लैंदा, डरा डरू के फिर भजा दिंदा, यही काफी सी। पशु पंछी के कराउण की आवाज उसनूं बेचैन कर दिंदी। फ्रांसीसी यात्रु जैकमेंट लिखदा है, जे रणजीत सिंह फैसला कर ले कि कुछ दिन पंजाब तो बाहर गुजारने, तद अफगानिस्तान जित लेना उस लिए कोई मुश्किल नहीं। सो श्रोतियो, इत्थों तक अज असीं ये किताब गौतम सुतारकी तक पढ़ांगे। 168 पन्ने तक असीं ये किताब पढ़ चुके हैं। अगले दिनों दे विच अगे पढ़न का यतन करांगे। श्रोतियो, तुहानूं ये किताब किदां दी लगी? अपना फीडबैक सानूं साडे फेसबुक पेज के उपर जरूर दिओ जी। साडा फेसबुक पेज है जी facebook.com/रेडियो वॉइस ऑफ खालसा। श्रोतियो, एक खास बेनती कि रेडियो वॉइस ऑफ खालसा खालसे की आवाज़ है। खालसे की आवाज़ नूं बुलंदियां ते लैके जाण लई अपने दसवंध का कुछ हिस्सा सानूं जरूर दिओ, तां कि असीं आप जी दे लई होर वधिया कर सकीए, होर वधिया प्रोग्राम लैके आ सकीए। सो आप सबरां दा बहुत बहुत धन्नवाद जी। तुसीं सुणदे रहो रेडियो वॉइस ऑफ खालसा।